ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ਕਾਵਰੂ ਦੇਸ਼, ਆਮ ਰੂਪ ਦੇਸ਼, ਜਿਸ ਨੂੰ ਅੱਜ ਦੀ ਤਰੀਕ ਵਿੱਚ ਆਪਾਂ ਅਸਾਮ ਕਹਿੰਦੇ ਆ, ਉੱਥੋਂ ਦੀਆਂ ਜਿਹੜੀਆਂ ਜਾਦੂਗਰਨੀਆਂ ਔਰਤਾਂ ਸੀ, ਫਫੇ ਕੁੱਟਣੀਆਂ ਔਰਤਾਂ ਸੀ, ਉਹਨਾਂ ਨੇ ਭੇਡੂ ਬਣਾ ਕੇ, ਮੇਢੂ ਬਣਾ ਕੇ, ਗਲ ਵਿੱਚ ਰੱਸੀ ਪਾ ਕੇ ਆਪਣੇ ਘਰ ਇੱਕ ਕਿੱਲੇ ਦੇ ਨਾਲ ਬੰਨ੍ਹ ਲਿਆ ਸੀ। ਉਹਨਾਂ ਨੂੰ ਮੁਕਤ ਕਰਾਉਣ ਦਾ ਅੱਜ ਪ੍ਰਸੰਗ ਹੈ। ਮੇਰੇ ਤੋਂ ਪਹਿਲਾਂ ਮੇਰੇ ਵੱਡੇ ਵੀਰ ਭਾਈ ਕੁਲਤਾਰ ਸਿੰਘ ਜੀ, ਜੋ ਬਹੁਤ ਵਿਦਵਾਨ ਕੀਰਤਨੀਏ ਹਨ, ਔਰ ਉਹਨਾਂ ਨੇ ਦੱਸਿਆ ਵੀ ਹੈ ਕਿ ਉਹਨਾਂ ਦੇ ਪਰਿਵਾਰ ਵਿੱਚ ਇਹ 12ਵੀਂ ਪੀੜ੍ਹੀ ਹੈ। ਸ਼ਾਇਦ ਹੀ ਮੇਰਾ ਖਿਆਲ ਹੈ ਕਿ ਪੀੜ੍ਹੀ ਦਰ ਪੀੜ੍ਹੀ ਕੋਈ ਵੰਸ਼ ਇਸ ਤਰ੍ਹਾਂ ਇੱਕੋ ਹੀ ਕੰਮ ਵਿੱਚ, ਇੱਕ ਕਿਰਤ ਦੇ ਵਿੱਚ ਪ੍ਰਵਿਰਤ ਹੋਵੇ। ਹੋ ਸਕਦਾ 12 ਪੁਸ਼ਤਾਂ ਕਿਸੇ ਦੀਆਂ ਫੌਜ ਵਿੱਚ, 12 ਪੁਸ਼ਤਾਂ ਕਿਸੇ ਦੀਆਂ ਮੈਡੀਕਲ ਲਾਈਨ ਵਿੱਚ, ਹੋ ਸਕਦਾ 12 ਪੁਸ਼ਤਾਂ ਕਿਸੇ ਦੀਆਂ ਸੰਗੀਤ ਵਿੱਚ ਜਾਂ ਟੀਚਿੰਗ ਲਾਈਨ ਵਿੱਚ, ਅਧਿਆਪਕ ਸ਼੍ਰੇਣੀ ਵਿੱਚ ਵੀ ਨਾ ਬਤੀਤ ਹੋਈਆਂ ਹੋਣ। ਸੋ ਬਹੁਤ ਲੰਬਾ ਸਮਾਂ ਇਸ ਪਰਿਵਾਰ ਨੇ
ਗੁਰਮਤਿ ਸੰਗੀਤ ਆਪਣੇ ਕੋਲ ਸੰਭਾਲਿਆ ਹੋਇਆ ਔਰ ਇਹਨਾਂ ਦੇ ਉਦਮ ਸਦਕਾ ਹੀ ਇਹ ਮਲਾਰ ਰਾਗ ਤੇ ਆਧਾਰਿਤ ਅੱਜ ਦਾ ਇਹ ਕੀਰਤਨ ਸਮਾਗਮ ਹੋ ਰਿਹਾ ਹੈ। ਇਹ 2 ਰੋਜ਼ਾ ਸਮਾਗਮ ਸੀ, ਇੱਕ ਦਿਨ ਕੱਲ ਬਤੀਤ ਹੋਇਆ, ਇੱਕ ਅੱਜ ਹੈ। 11:30 ਵਜੇ ਸਮਾਪਤੀ ਹੋਵੇਗੀ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਇਸ ਪਿਰਤ ਨਾਲ ਇੱਕ ਤੇ ਤੁਹਾਨੂੰ ਤੇ ਮੈਨੂੰ ਪਤਾ ਲੱਗੇਗਾ, ਮੈਨੂੰ ਖੁਦ ਨਹੀਂ ਸੀ ਪਤਾ। ਬਸੰਤ ਰਾਗ ਦਾ ਪਤਾ ਸੀ, ਬਸੰਤ ਰੁੱਤ ਵਿੱਚ ਗਾਇਆ ਜਾਂਦਾ ਹੈ। ਇਨੀ ਕਿ ਕਦੇ ਪੜ੍ਹਿਆ ਨਹੀਂ ਹੋਏਗਾ, ਸੁਣਿਆ ਨਹੀਂ ਹੋਏਗਾ, ਪਰ ਇਹ ਗੱਲ ਧਿਆਨ ਵਿੱਚ ਟਿਕੀ ਨਹੀਂ ਕਿ ਜਿਹੜਾ ਬਰਸਾਤ ਰੁੱਤ ਦਾ ਰਾਗ ਹੈ ਉਹ ਮਲਹਾਰ ਹੈ। ਇਹ 2 ਮਹੀਨਿਆਂ ਦੀ ਰੁੱਤ ਹੈ। ਜਿਵੇਂ ਗਰਮੀ ਦੀ ਰੁੱਤ ਹੈ, ਇਹਨੂੰ ਜੇਠ ਤੇ ਹਾੜ ਦੇ ਮਹੀਨੇ ਦੀ ਰੁੱਤ ਕਹਿੰਦੇ ਆ ਆਪਾਂ। ਬਰਸਾਤ ਦੀ ਰੁੱਤ ਜਿਹੜੀ ਇਹ ਸਾਵਣ ਤੇ ਭਾਦੋਂ ਦੀ ਰੁੱਤ ਹੈ। ਤੋ ਇਸ ਤਰ੍ਹਾਂ ਇਹ ਮਲਾਰ ਰਾਗ ਤੇ ਆਧਾਰਿਤ ਸਾਡੇ ਜਿੰਨੇ ਵੀ ਗੁਰਦੁਆਰਾ ਬੰਗਲਾ ਸਾਹਿਬ, ਸੀਸਗੰਜ ਸਾਹਿਬ, ਦਿੱਲੀ ਦੇ ਇਤਿਹਾਸਕ ਗੁਰਦੁਆਰੇ ਨੇ, ਇੱਥੋਂ ਦੇ ਜਿਹੜੇ ਹਜੂਰੀ ਕੀਰਤਨੀਏ ਹਨ, ਉਹਨਾਂ ਨੇ ਆ ਕੇ ਹਾਜ਼ਰੀਆਂ ਭਰੀਆਂ ਨੇ। ਔਰ ਇਹ ਤੁਹਾਡੇ ਮੇਰੇ ਸਾਰਿਆਂ ਵਾਸਤੇ ਬੜੇ ਮਾਣ ਦੀ ਗੱਲ ਹੈ ਵੀ ਸਾਡੇ ਕੋਲ ਐਸੇ ਵਿਦਵਾਨ ਕੀਰਤਨੀਏ ਵੀ ਹੈਗੇ ਨੇ। ਨਹੀਂ ਤਾਂ ਅਮੂਮਨ ਇਹ ਹੁੰਦਾ ਕਿ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਬਾਹਰੋਂ ਜਥਾ ਆਵੇ ਤੇ ਸਾਨੂੰ ਬੜੀ ਖਿੱਚ ਹੁੰਦੀ ਹੈ। ਸਾਨੂੰ ਇੱਦਾਂ ਲੱਗਦਾ ਵੀ ਬਹੁਤਾ ਹੀ ਵਿਦਵਾਨ ਹੋਣਾ ਹੈ ਜਿਹਨੇ 41,000 52,000 ਰੁਪਈਆ ਮੰਗਿਆ ਹੈ। ਕਿਉਂਕਿ ਜਿਹੜੇ ਇਹਨਾਂ ਦਰਬਾਰਾਂ ਦੇ ਹਜੂਰੀ ਕੀਰਤਨੀਏ ਹਨ, ਉਹਨਾਂ ਦੇ ਵਾਸਤੇ ਦਿੱਲੀ ਕਮੇਟੀ ਨੇ ਬਹੁਤ ਨਿਯਮਤ ਜੀ ਭੇਟਾ ਰੱਖੀ ਹੈ। ਮੇਰੇ ਖਿਆਲ ਵੱਧ ਤੋਂ ਵੱਧ ਹੋਈ ਤੇ 7100 ਹੋਏਗੀ। ਹੁਣ 52,000 ਵਾਲੇ ਦੇ ਬਰਾਬਰ ਸਾਨੂੰ ਇੱਦਾਂ ਲੱਗੇਗਾ ਵੀ ਇਹਨੂੰ ਤੇ ਕੁਝ ਆਉਂਦਾ ਹੀ ਨਹੀਂ ਹੋਣਾ। ਮੈਂ ਇੱਕ ਗੱਲ ਕਹਿ ਕੇ ਅੱਗੇ ਚੱਲਾਂ। ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਦਾ ਆਪ ਜੀ ਨੇ ਨਾਂ ਸੁਣਿਆ। ਇਹ ਗੱਲ ਉਹਨਾਂ ਨਾਲ ਸੰਬੰਧਿਤ ਹੈ, ਉਹਨਾਂ ਦੇ ਮੂੰਹ ਤੋਂ ਹੀ ਮੈਂ ਸੁਣੀ ਹੈ। ਔਰ ਇਹ ਗੱਲ ਘੱਟ ਤੋਂ ਘੱਟ ਵੀ 40 ਸਾਲ ਪੁਰਾਣੀ ਹੋਏਗੀ। 40 ਤੋਂ ਵੱਧ ਹੋ ਸਕਦੀ, ਘੱਟ ਨਹੀਂ ਹੋ ਸਕਦੀ। ਕਿ ਬੰਬੇ ਤੋਂ ਕਿਸੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਾਂ ਹਰਿਆਣੇ ਵਿੱਚ ਬੋਲਦਿਆਂ ਸੁਣਿਆ। ਖਾਰ ਗੁਰਦੁਆਰੇ ਦੇ ਉਹ ਸੈਕਟਰੀ ਸਨ, ਸ਼ਾਇਦ ਮੈਂ ਠੀਕ ਨਾ ਬੋਲਾਂ, ਤੇ ਉਹਨਾਂ ਦਾ ਨਾਂ ਸੀ ਭਾਈ ਮਹਿੰਗਾ ਸਿੰਘ। ਛੋਟੇ ਜਿਹੇ ਕੱਦ ਸੀ, ਬੜੇ ਵਿਦਵਾਨ ਸੀ, ਕਮਾਲ ਸੀ। ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ। ਉਹ ਕਹਿਣ ਲੱਗੇ ਗਿਆਨੀ ਸਾਹਿਬ ਸਿੰਘ ਜੀ ਬੰਬੇ ਆਓਗੇ? ਗਿਆਨੀ ਸਾਹਿਬ ਸਿੰਘ ਕਹਿਣ ਲੱਗੇ ਆ ਜਾਾਂਗੇ। ਕਹਿੰਦੇ ਫਿਰ ਮੈਂ ਤੁਹਾਨੂੰ ਬੰਬੇ ਜਾ ਕੇ ਸਲਾਹ ਕਰਕੇ ਤੇ ਚਿੱਠੀ ਪਾਵਾਂਗਾ। ਉਦੋਂ ਟੈਲੀਫੋਨ, ਮੋਬਾਈਲ ਤਾਂ ਨਹੀਂ ਸੀ ਹੁੰਦੇ, ਬਿਲਕੁਲ ਹੀ ਨਹੀਂ ਸੀ ਹੁੰਦੇ, ਲੈਂਡਲਾਈਨ ਹੀ ਹੁੰਦੇ ਸੀ। ਪਰ ਇੱਕ ਗੱਲ, ਤੁਹਾਡੀ ਭੇਟਾ ਕੀ ਹੈ? ਕਿਉਂਕਿ ਕਮੇਟੀ ਪੁੱਛੇਗੀ। ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਭੇਟਾ ਜੋ ਤੁਸੀਂ ਦਿਓਗੇ ਮੈਂ ਲੈ ਲਾਂਗਾ। ਉਹ ਕਹਿੰਦੇ ਜੀ ਬਹੁਤ ਅੱਛੀ ਗੱਲ ਕਿ ਤੁਸੀਂ ਪੈਸੇ ਮੰਗਦੇ ਨਹੀਂ, ਫਿਕਸ ਨਹੀਂ ਕਰਦੇ। ਭਾਈ ਮਹਿੰਗਾ ਸਿੰਘ ਹੋਰੀ ਬੰਬੇ ਚਲੇ ਗਏ। ਉਹਨਾਂ ਕਮੇਟੀ 'ਚ ਗੱਲ ਰੱਖੀ। ਕਮੇਟੀ ਕਹਿਣ ਲੱਗੀ ਵੀ ਜੇ ਤੁਸੀਂ ਸੁਣਿਆ ਠੀਕ ਹੈ ਤੇ ਠੀਕ ਹੈ, ਭੇਟਾ। ਕਹਿੰਦੇ ਜੀ ਭੇਟਾ ਤੇ ਉਹਨਾਂ ਨੇ ਮੰਗੀ ਨਹੀਂ। ਕਹਿਣ ਲੱਗੇ ਛੱਡੋ ਫਰਾਂ, ਫਿਰ ਪ੍ਰਚਾਰਕ ਵੀ ਇਦਾਂ ਦਾ ਹੀ ਹੋਏਗਾ। ਕਹਿੰਦੇ ਕਈ ਸਾਲ ਬੀਤ ਗਏ, ਉਸ ਤੋਂ ਬਾਅਦ ਉਹਨਾਂ ਬੁਲਾਇਆ ਹੀ ਨਹੀਂ। ਕਹਿੰਦੇ ਜਦੋਂ ਦੀ ਭੇਟਾ ਹੀ ਕੋਈ ਨਹੀਂ, ਇਹਦਾ ਮਤਲਬ ਚੱਲਦਾ ਫਿਰਦਾ ਪ੍ਰਚਾਰਕ ਹੋਏਗਾ। ਤਾਂ ਕਈ ਵਾਰੀ ਸਾਨੂੰ ਲੱਗਦਾ ਵੀ ਇਹਨਾਂ ਦੀ ਭੇਟਾ ਸਸਤੀ ਹੈ, ਇਸ ਕਰਕੇ ਸ਼ਾਇਦ ਇਹ ਵਿਦਵਾਨ ਨਹੀਂ ਹੋਣਗੇ। ਪਰ ਇਹ 2 ਰੋਜ਼ਾ ਸਮਾਗਮ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ। ਲੋੜ ਇਸ ਗੱਲ ਦੀ ਹੈ
कि की ਜਿਹੜੇ ਸਾਡੇ ਵਿਦਵਾਨ ਕੀਰਤਨੀਏ ਨੇ ਅਸੀਂ ਉਹਨਾਂ ਦਾ ਸਨਮਾਨ ਕਰ ਸਕਦੇ ਹਾਂ, ਕਰਨਾ ਚਾਹੀਦਾ ਹੈ। ਦਿੱਲੀ ਕਮੇਟੀ ਦੇ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਨੇ ਮੈਨੂੰ ਖੁਦ ਫੋਨ ਤੇ ਗੱਲ ਕਰਦਿਆਂ ਕਿਹਾ, ਕਹਿੰਦੇ ਮੈਂ ਦੁਪਹਿਰੇ ਆਇਆ, ਮੇਰਾ ਬੜਾ ਮਨ ਖੁਸ਼ ਹੋਇਆ। ਔਰ ਉਹਨਾਂ ਨੇ ਬੇਨਤੀ ਵੀ ਕੀਤੀ ਤੁਹਾਨੂੰ ਕਿ ਜਦੋਂ ਬੰਗਲਾ ਸਾਹਿਬ ਦੀ ਸਾਈਟ ਤੋਂ, ਫੇਸਬੁੱਕ ਤੋਂ, YouTube ਤੋਂ ਲਾਈਵ ਹੁੰਦਾ ਤੇ ਅੱਗੋਂ ਤੁਸੀਂ ਵੀ ਇਹਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਵੱਧ ਤੋਂ ਵੱਧ ਸੰਗਤ ਜਿਹੜੀ ਉਹ ਇਸ ਦਾ ਲਾਹਾ ਲਵੇ। ਸੋ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਧਰਮ ਪ੍ਰਚਾਰ ਕਮੇਟੀ ਨੂੰ, ਔਰ ਜਿਹੜੀ ਹਜੂਰੀ ਰਾਗੀ ਢਾਡੀ ਸਭਾ ਹੈ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਮਲ੍ਹਾਰ ਰਾਗ ਤੇ ਆਧਾਰਿਤ ਕੀਰਤਨ ਸਮਾਗਮ ਦਾ ਉਦਮ ਕੀਤਾ ਹੈ, ਉਹਦੀ 5 ਮੈਂਬਰੀ ਕਮੇਟੀ ਭਾਈ ਨਿਰਮਲ ਸਿੰਘ ਜੀ, ਭਾਈ ਸੁਰਜੀਤ ਸਿੰਘ ਰਸੀਲਾ, ਭਾਈ ਅਮਨਦੀਪ ਸਿੰਘ ਜੀ, ਭਾਈ ਤਜਿੰਦਰ ਸਿੰਘ ਜੀ, ਭਾਈ ਜਗਦੀਪ ਸਿੰਘ ਜੀ ਔਰ ਕਨਵੀਨਰ ਜੋ ਨੇ ਭਾਈ ਕੁਲਤਾਰ ਸਿੰਘ, ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਤੁਹਾਡਾ ਪ੍ਰੋਗਰਾਮ ਕਾਮਯਾਬ ਹੈ ਔਰ ਸਭ ਨੇ ਸੁਣਿਆ। ਖਾਸ ਕਰਕੇ ਇੱਕ ਨਵੀਂ ਪਿਰਤ ਹੈ ਕਿ ਜਿਹੜੀਆਂ ਰੁੱਤਾਂ ਦੇ ਜਿਹੜੇ ਖਾਸ ਕਰਕੇ ਰਾਗ ਨੇ ਉਹ ਸੰਗਤ ਨੂੰ ਸੁਣਾਏ ਜਾਣ। ਇਹਦੇ ਨਾਲ ਸੰਗਤ ਜਿੱਥੇ ਸਰਸ਼ਾਰ ਹੋਏਗੀ ਉੱਥੇ ਐਜੂਕੇਟ ਵੀ ਹੋਏਗੀ। ਮੈਨੂੰ ਵੀ ਪਤਾ ਲੱਗਿਆ, ਤੁਹਾਨੂੰ ਵੀ ਪਤਾ ਲੱਗਿਆ, ਆਪਣੇ ਸਾਰਿਆਂ ਦੇ ਗਿਆਨ 'ਚ ਵਾਧਾ ਹੋਇਆ। ਸੋ ਆਓ ਜੋ ਸਮਾਂ ਬਾਕੀ ਹੈ ਇਸ ਲੜੀਵਾਰ ਕਥਾ ਦੇ ਨਾਲ ਜੁੜੀਏ। ਹਾਂਜੀ। ਕੌਣ ਬਤਾਵੇ ਆਏ ਅਬੈ ਸੁਧ, ਆਣ ਛੁਡਾਵੇ ਮੋਹ ਪ੍ਰਭ ਜੀਉ। ਜਦੋਂ ਕਾਮਰੂ ਦੇਸ਼, ਕਾਮ ਰੂਪ ਦੇਸ਼, ਜਦੋਂ ਅਸਾਮ ਦੇਸ਼ ਗੁਰੂ ਨਾਨਕ ਪਹੁੰਚੇ, ਬੜਾ ਸੋਹਣਾ ਦੇਸ਼ ਸੀ, ਬੜੇ ਸੋਹਣੇ ਬਾਗ ਬਗੀਚੇ ਸੀ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਮੈਂ ਸ਼ਹਿਰ ਵੇਖ ਆਵਾਂ, ਬਾਜ਼ਾਰ ਘੁੰਮ ਫਿਰ ਆਵਾਂ, ਕੁਝ ਖਾ ਵੀ ਆਵਾਂ। ਸਤਿਗੁਰਾਂ ਕਿਹਾ ਨਾ ਜਾ ਮਰਦਾਨਿਆ, ਇਹ ਬੰਦੇ ਲੋਕ ਚੰਗੇ ਨਹੀਂ। ਭਾਈ ਮਰਦਾਨਾ ਕਹਿਣ ਲੱਗਾ, ਜੀ ਇਹ ਗੱਲ ਤੁਸੀਂ ਮੈਨੂੰ ਰੋਕਣ ਵਾਸਤੇ ਕਹਿ ਰਹੇ ਹੋ। ਮੈਂ ਕੱਲ ਇਸ ਕਥਾ ਨੂੰ ਰੋਕ ਕੇ ਬੇਨਤੀ ਕੀਤੀ ਸੀ ਵੀ ਆਪਾਂ ਸਾਰੇ ਹੀ ਬੱਚੇ ਹਾਂ ਔਰ ਇਹ ਬੱਚੇ ਦਾ ਇੱਕ ਸੁਭਾਅ ਹੈ, ਜਿਹੜੀ ਗੱਲ ਤੋਂ ਬੱਚੇ ਨੂੰ ਰੋਕੋਗੇ ਉਹਦੇ ਲਈ ਉਹ ਬੱਚਾ ਜ਼ਿਆਦਾ ਸਗੋਂ ਖਿੱਚਿਆ ਜਾਂਦਾ ਹੈ, ਜ਼ਿਆਦਾ ਆਕਰਸ਼ਿਤ ਹੁੰਦਾ ਹੈ। ਜਿੱਦ ਕੀਤੀ, ਸਤਿਗੁਰੂ ਕਹਿਣ ਲੱਗੇ ਚਲੇ ਜਾ। ਜਦੋਂ ਭਾਈ ਮਰਦਾਨਾ ਗਿਆ ਤੇ ਉੱਥੇ ਇੱਕ ਔਰਤ ਨੇ ਭਾਈ ਮਰਦਾਨੇ ਦੇ ਗਲ ਵਿੱਚ ਧਾਗਾ ਬੰਨ੍ਹ ਦਿੱਤਾ। ਧਾਗਾ ਕੀ ਬੱਧਾ, ਉਹਨਾਂ ਦਾ ਸਰੀਰ ਹੀ ਪਲਟ ਗਿਆ, ਭੇਡੂ ਬਣ ਗਏ। ਉਹਨੇ ਗਲ ਵਿੱਚ ਰੱਸੀ ਪਾ ਕੇ ਕਿੱਲੇ ਨਾਲ ਬੰਨ੍ਹ ਲਿਆ। ਹੁਣ ਕਵੀ ਜੀ ਕਹਿੰਦੇ ਨੇ ਕਿ ਭਾਈ ਮਰਦਾਨੇ ਦੀ ਦੇਹ ਪਲਟ ਗਈ। ਮਾਨਵ ਦੇ ਗਈ ਪਲਟੀ ਤਬ ਏਂਡ ਕਰੂਪ ਸੋ ਦੀਸਣ ਲਾਗਾ। ਗਰੀਬ ਮੈਂ ਗੇਰ ਕੇ ਦਾਮਨ ਬੰਧਨ ਬਾਂਧ ਦਿਓ ਕਿਲਕੰਗ ਜਿਨ ਭਾਗਾ। ਰੂਪੈ ਤੇ ਸੁਖ ਰੂਪ ਭਇਓ ਪੁਨ ਮਾਰਤ ਨਾਸਨ ਸੋ ਫੁਰੜਾਗਾ। ਹੁਣ ਜਿਵੇਂ ਮੇਢੇ ਕਰਦੇ ਨੇ, ਭੇਡੂ ਕਰਦੇ ਨੇ, ਉਹ ਸਾਡੇ ਵਾਂਗੂ ਸਾਹ ਥੋੜ੍ਹਾ ਲੈਂਦੇ ਨੇ, ਉਹ ਤਾਂ ਫਰਾਟੇ ਮਾਰਦੇ ਨੇ। ਉਵੇਂ ਹੁਣ ਭਾਈ ਮਰਦਾਨਾ ਵੀ ਮਾਰਦਾ। ਦੁਖੀ ਹੋਇਆ, ਸਮਝ ਆ ਗਈ ਹੈ ਕਿ ਨਾਨਕ ਬੈਣ ਨਾ ਮਾਨੇ ਮਨੰ ਦੁਖ ਜਾਤੇ ਸਹਾਰੋਂ ਆਪਣੇ ਪਾਨਾ। ਜੌਨ ਹਿਤੂ ਕੋ ਨਾ ਮਾਨਤ ਬੈਨ ਕੋ ਪ੍ਰਾਪਤ ਹਵੈ ਦੁਖ ਮੋਹੇ ਸਮਾਨਾ। ਦੇਸ਼ ਨਕੇਤ ਕਹਾਂ ਹਮਰੋ ਕਿਤ ਆਣ ਫਸਿਓ ਪਰਦੇਸ਼ ਸਥਾਨਾ। ਕਹਿੰਦਾ ਮੇਰਾ ਆਪਣਾ ਦੇਸ਼ ਉੱਥੇ ਰਹਿ ਗਿਆ, ਮੈਂ ਕਿੱਥੇ ਆ ਗਿਆ, ਮੇਰਾ ਕੀ ਬਣੇਗਾ, ਮੈਨੂੰ ਕੌਣ ਛੁਡਾਏਗਾ, ਕੌਣ ਬਾਬੇ ਨਾਨਕ ਨੂੰ ਦੱਸੇਗਾ ਮੈਂ ਭੇਡੂ ਬਣ ਗਿਆ, ਕੌਣ ਦੱਸੇਗਾ ਕਿਹੜੇ ਘਰ ਵਿੱਚ ਬੱਧਾ ਹੋਇਆ, ਉਹ ਮੈਨੂੰ ਕਿਵੇਂ ਪਛਾਣਨਗੇ, ਕਿਉਂਕਿ ਮੇਰੀ ਤਾਂ ਦੇਹ ਹੀ ਪਲਟ ਚੁੱਕੀ ਹੈ। ਸੋ ਇੱਥੋਂ ਅੱਜ ਦੀ ਕਥਾ ਆਰੰਭ ਹੈ ਕਿ ਕੌਣ ਬਤਾਵੇ ਜਾਏ ਅਬੇ ਸੁਧ। ਕੌਣ ਜਾ ਕੇ ਦੱਸੇ ਬਾਬਾ ਨਾਨਕ ਜੀ ਨੂੰ ਕਿ ਆਣ ਛਡਾਵੇਂ ਮੋਹ ਪ੍ਰਭ ਜੇਊ, ਕਿ ਉਹ ਗੁਰੂ ਨਾਨਕ ਸਾਹਿਬ ਆਉਣ ਤੇ ਮੈਨੂੰ ਛਡਾ ਲੈਣ। ਹਾਂਜੀ।
ਬੋਲਣ ਕੀ ਸ਼ਕਤੀ ਨਹਿ ਰਹੀ ਮੁਝ, ਬੈਨ ਪੁਕਾਰ ਕਹੋਂ ਬਿਦ ਕੇਊ। ਬੋਲਣ ਦੀ ਸ਼ਕਤੀ ਮੇਰੇ ਕੋਲ ਰਹੀ ਨਹੀਂ, ਕਿਉਂਕਿ ਸਰੀਰ ਭੇਡੂ ਦਾ ਹੈ। ਹੁਣ ਮੇਢੇ ਦਾ ਸਰੀਰ ਦੇ ਵਿੱਚ ਬੰਦੇ ਵਾਲੀ ਬੋਲੀ ਤੇ ਨਹੀਂ ਬੋਲੀ ਜਾ ਸਕਦੀ। ਮਿਆਂ ਮਿਆਂ ਭਿਆਂ ਭਿਆਂ ਤੇ ਕੀਤਾ ਜਾ ਸਕਦਾ, ਜੋ ਬੱਕਰੀਆਂ ਭੇਡਾਂ ਕਰਦੀਆਂ ਨੇ, ਪਰ ਬੰਦੇ ਵਾਲੀ ਆਵਾਜ਼ ਹੁਣ ਮੈਂ ਬੋਲ ਨਹੀਂ ਸਕਦਾ। ਕਵੀ ਜੀ ਨੇ ਇਹ ਭਾਈ ਮਰਦਾਨੇ ਦਾ ਪੱਖ ਲਿਖਿਆ। ਹਾਂਜੀ। ਕੈਸੇ ਛੁਟੋਂ ਚਿਤ ਬੀਚ ਵਿਚਾਰਤ, ਆਤੁਰਤਾ ਉਰ ਤਾਰਤ ਏਊ। ਹੁਣ ਕਿਵੇਂ ਛੁਟਾਂਗਾ? ਆਪਣੇ ਚਿੱਤ ਵਿੱਚ ਵਿਚਾਰਦਾ ਹੈ। ਕੌਣ ਛਡਾਵੇਗਾ ਮੈਨੂੰ? ਕੌਣ ਜਾ ਕੇ ਬਾਬੇ ਨਾਨਕ ਨੂੰ ਦੱਸੇਗਾ? ਕਿਵੇਂ ਮੇਰੀ ਬੰਦ ਖਲਾਸੀ ਹੋਏਗੀ? ਆਪਣੇ ਮਨ ਹੀ ਮਨ ਭਾਈ ਮਰਦਾਨਾ ਜੀ ਵਿਚਾਰਦੇ ਨੇ। ਹਾਂਜੀ। ਜਾਣਤ ਜੋ ਸਭ ਕੇ ਘਟ ਅੰਤਰ, ਤਉ ਅਬ ਸ਼੍ਰੀ ਪ੍ਰਭ ਆਣ ਛਟੇਊ। ਜਾਣਤ ਜੋ ਪ੍ਰਭ ਕੇ ਘਟ ਅੰਤਰ, ਤੋ ਅਬ ਸ਼੍ਰੀ ਪ੍ਰਭ ਆਣ ਛਟੇਊ। ਤੇ ਹੁਣ ਕਹਿੰਦਾ ਵੀ ਇੱਕ ਬਾਬਾ ਨਾਨਕ ਹੀ ਬਚਿਆ, ਕਿਉਂਕਿ ਉਹ ਅੰਤਰਜਾਮੀ ਹੈ। ਹੋ ਸਕਦਾ ਮੈਨੂੰ ਛੁਡਾ ਲੈਣ, ਹੋ ਸਕਦਾ ਮੇਰੀ ਬੰਦ ਖਲਾਸੀ ਕਰ ਦੇਣ। ਉਹਨਾਂ ਤੋਂ ਬਗੈਰ ਕੋਈ ਦੂਸਰਾ ਨਹੀਂ ਹੈ। ਉਹਨਾਂ ਨੂੰ ਮਨ ਹੀ ਮਨ ਸਿਮਰਦਾ, ਬੋਲ ਤੇ ਸਕਦਾ ਨਹੀਂ। ਮਨ ਹੀ ਮਨ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਦਾ ਹੈ। ਹਾਂਜੀ। ਇਹ ਬਿਦ ਉਰ ਮਹਿ ਧਾਰ ਕੈ, ਦਹਿ ਦਿਸ਼ ਸੋ ਦ੍ਰਿਗ ਦੀਨਾ। ਇਉਂ ਮਨ ਵਿੱਚ ਧਾਰਨਾ ਬਣ ਗਈ ਕਿ ਬਾਬੇ ਨਾਨਕ ਤੋਂ ਬਗੈਰ ਮੈਨੂੰ ਛਡਾਉਣ ਵਾਲਾ ਕੋਈ ਨਹੀਂ ਹੈ। ਗਲ ਵਿੱਚ ਰੱਸੀ ਹੈ, ਭੇਡੂ ਦਾ ਸਰੀਰ ਹੈ, ਤੇ ਉਸ ਜਾਦੂਗਰਨੀ ਔਰਤ ਨੇ ਕਿੱਲੇ ਨਾਲ ਬੰਨ੍ਹ ਲਿਆ। ਤੇ ਕਵੀ ਜੀ ਕਹਿੰਦੇ ਦਰਵਾਜ਼ੇ ਵੱਲ ਵੇਖਦਾ ਬਾਹਰ, ਕਿ ਹੋ ਸਕਦਾ ਇੱਧਰੋਂ ਦੀ ਆ ਜਾਣ, ਇੱਧਰੋਂ ਆ ਕੇ ਮੈਨੂੰ ਛਡਾ ਲੈਣ। ਕਵੀ ਜੀ ਇੱਥੇ ਲਿਖਦੇ ਨੇ ਕਿ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ, ਇਹ ਬਿਦ ਉਰਮੈ ਧਾਰ ਕੇ ਦਹਿ ਦਿਸ਼ ਸੋ ਦ੍ਰਿਗ ਦੀਨ। ਇੱਧਰ ਉੱਧਰ ਪਹਿਲਾਂ ਉਹਨਾਂ ਨੇ ਤੱਕਿਆ ਕਿ ਕੀ ਕੋਈ ਹੋਰ ਰਸਤਾ ਵੀ ਹੈਗਾ। ਹਾਂਜੀ। ਆਵਣ ਗੁਰ ਕੋ ਹੇਰਾਏ, ਪ੍ਰੇਮ ਚਰਨ ਕੋ ਕੀਨਾ। ਅਖੀਰ ਮਨ ਵਿੱਚ ਆਇਆ ਕਿ ਨਹੀਂ, ਇਸੇ ਰਸਤੇ ਤੋਂ ਬਾਬਾ ਨਾਨਕ ਹੀ ਆ ਸਕਦਾ, ਉਹੀ ਆ ਕੇ ਮੇਰੀ ਬੰਦ ਖਲਾਸੀ ਕਰ ਸਕਦੇ ਨੇ। ਤੇ ਜਿਵੇਂ ਇੱਕ ਸਾਡੀ ਪੰਜਾਬੀ ਦੀ ਇੱਕ ਗੱਲ ਹੈ ਕਿ ਭਾਈ ਅਸੀਂ ਤੇ ਤੇਰਾ ਰਾਹ ਉਡੀਕਦੇ ਹਾਂ, ਅਸੀਂ ਤੇ ਉਹਨਾਂ ਰਾਹਾਂ ਵੱਲ ਵੇਖਦੇ ਰਹਿੰਦੇ ਹਾਂ ਜਿੱਧਰੋਂ ਤੁਸੀਂ ਆਉਣਾ ਹੈ। ਜਾਂ ਇੱਕ ਸੁਭਾਵਕ ਸਾਡੀ ਇੱਕ ਨੇਚਰ ਵੀ ਹੈ ਕਿ ਜਿਸ ਰਸਤੇ ਤੋਂ ਕੋਈ ਆਉਣਾ ਹੋਵੇ ਕਿਸੇ ਨੇ, ਵੇਖੋ ਜਦੋਂ ਲੋਕ ਤੁਰ ਕੇ ਆਉਂਦੇ ਸੀ ਉਦੋਂ ਵੀ ਸਾਡੀ ਆਦਤ ਇਹ ਸੀ, ਉਸੇ ਰਸਤੇ ਵੱਲ ਨਿਗਾਹ ਮਾਰੀ ਦੀ ਸੀ ਵੀ ਕੋਈ ਤੁਰਿਆ ਤਾਂ ਨਹੀਂ ਆਉਂਦਾ। ਹੁਣ ਲੋਕ ਕਾਰਾਂ ਗੱਡੀਆਂ ਤੇ ਆਉਂਦੇ ਨੇ, ਹੁਣ ਵੀ ਉਸੇ ਰਸਤੇ ਵੱਲ ਹੀ ਨਿਗਾਹ ਮਾਰੀ ਦੀ ਹੈ ਵੀ ਕੋਈ ਕਾਰ ਗੱਡੀ ਤੇ ਨਹੀਂ ਆ ਰਹੀ। ਜੇ ਆਉਂਦੀ ਹੋਵੇ ਤੇ ਸੋਚੀਦਾ ਇਹੀ ਹੈ ਵੀ ਇਹ ਮੇਰਾ ਈਠ, ਮੇਰਾ ਮਿੱਤਰ ਹੀ ਆਉਂਦਾ ਹੋਏਗਾ। ਹਾਂਜੀ। ਦੋਏ ਮਹੂਰਤ ਬੀਤ ਗਏ ਜਬ, ਸ਼੍ਰੀ ਗੁਰ ਬਹਿਣ ਕਹੇ ਸੁਣ ਬਾਲਾ। ਇਸ ਤਰ੍ਹਾਂ 2 ਮਹੂਰਤ ਬੀਤ ਗਏ। 2 ਮਹੂਰਤ ਤਕਰੀਬਨ ਪੌਣਾ ਘੰਟਾ, ਤਕਰੀਬਨ 45 ਮਿੰਟ ਇਸੇ ਗੱਲ ਵਿੱਚ ਹੀ ਗੁਜ਼ਰ ਗਏ। ਭਾਈ ਮਰਦਾਨੇ ਦੇ ਸਿਮਰਨ ਵਿੱਚ, ਚੇਤੇ ਕਰਨ ਵਿੱਚ ਜਦੋਂ ਇੰਨਾ ਸਮਾਂ ਭੇਡੂ ਬਣਿਆ, ਮੇਢੂ ਬਣਿਆ, ਬੀਤ ਗਿਆ। ਹਾਂਜੀ। ਆਨਹਿ ਤਾਹੇ ਅਬੈ ਚੱਲ ਕਏ, ਉਠ ਠਾਂਡ ਭਏ ਸੁਖ ਦਾਤ ਤਕਾਲਾ। ਗੁਰੂ ਨਾਨਕ ਦੇ ਪਿਤਾ ਮਹਾਰਾਜ ਬੈਠੇ ਬੈਠੇ ਉੱਠ ਪਏ, ਕਹਿਣ ਲੱਗੇ ਬਾਲਿਆ ਚੱਲ ਚੱਲੀਏ ਭਾਈ। ਗੁਰੂ ਨਾਨਕ ਦੇ ਪਿਤਾ ਮਹਾਰਾਜ ਪਰ ਉਪਕਾਰੀ ਸਤਿਗੁਰੂ ਉੱਠੇ ਨੇ। ਉੱਠੇ ਇਸ ਮਕਸਦ ਨਾਲ ਨੇ ਕਿ ਚੱਲ ਭਾਈ ਜਾ ਕੇ ਮਰਦਾਨੇ ਦੀ ਬੰਦ ਖਲਾਸੀ ਕਰੀਏ। ਹਾਂਜੀ। ਹੈ ਕਿਹ ਥਾਨ ਚਲੈ ਕਿਵ ਆਪ, ਬਤਾਵੋ ਮੁਝੇ ਮੈਂ ਐਸ ਕਿਰਪਾਲਾ। ਤੇ ਭਾਈ ਬਾਲਾ ਕਹਿੰਦਾ ਵੀ ਮੈਂ ਪੁੱਛਿਆ, ਹੈ ਕਿਹ ਥਾਨ ਚੱਲੇ ਕਿਵ ਆਪ, ਬਤਾਵੋ ਬੂਝੇ ਮੈਂ ਐਸ ਕਿਰਪਾਲਾ।
ਤੇ ਕਹਿੰਦੇ ਮੈਂ ਪੁੱਛਿਆ ਵੀ ਬਾਬਾ ਆਪਾਂ ਕਿੱਥੇ ਜਾਵਾਂਗੇ? ਉਹ ਕੀ ਪਤਾ ਇਸ ਵੇਲੇ ਕਿੱਥੇ ਹੈ। ਉਹ ਸਾਡੇ ਕੋਲੋਂ ਗਿਆ, ਕਿਹੜੀ ਦਿਸ਼ਾ ਵਿੱਚ ਚਲਾ ਗਿਆ ਆਪਾਂ ਨੂੰ ਕੀ ਪਤਾ ਹੈ, ਕਿੱਥੇ ਹੋਏਗਾ ਆਪਾਂ ਨੂੰ ਕੀ ਪਤਾ ਹੈ। ਹਾਂਜੀ। ਈਂਡਕ ਕੀਨ ਪਇਓ ਮਨ ਦੀਨਾ, ਕੁਮੰਤਰਨ ਸੋ ਤਿਨ ਬੰਧਨ ਕਾਲਾ। ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿਣ ਲੱਗੇ ਮਰਦਾਨਿਆ ਸਾਨੂੰ ਪਤਾ ਹੈ ਉਹ ਕਿੱਥੇ ਹੈ, ਇਸ ਗੱਲ ਦਾ ਸਾਨੂੰ ਪਤਾ ਹੈ। ਈਂਡਕ ਕੀਨ ਭਇਓ ਮਨ ਦੀ, ਕਹਿਣ ਲੱਗੇ ਹੁਣ ਉਹ ਭੇਡੂ ਬਣਿਆ ਹੋਇਆ ਹੈ, ਮਨ ਉਹਦਾ ਦੀਨ ਹੋ ਚੁੱਕਿਆ ਹੈ। ਇਸ ਕਰਕੇ ਕੁਮੰਤਰਨ ਸੋ ਤਿੰਨ ਬੰਧਨ ਕਾਲਾ, ਜਿਹੜੀਆਂ ਇੱਥੋਂ ਦੀਆਂ ਜਾਦੂਗਰਨੀਆਂ ਔਰਤਾਂ ਨੇ ਉਹਨਾਂ ਨੇ ਭਾਈ ਮਰਦਾਨੇ ਨੂੰ ਬੰਧਨ ਵਿੱਚ ਪਾ ਲਿਆ। ਹੁਣ ਆਜ਼ਾਦ ਨਹੀਂ ਹੈ, ਉਹ ਭੇਡੂ ਬਣਿਆ ਹੋਇਆ ਹੈ। ਉਹਦੇ ਗਲ ਵਿੱਚ ਜਾਦੂਗਰਨੀ ਔਰਤਾਂ ਨੇ ਰੱਸੀ ਪਾਈ ਹੋਈ ਹੈ, ਉਹਨੂੰ ਕਿੱਲੇ ਨਾਲ ਬੰਨਿਆ ਹੋਇਆ ਹੈ। ਹਾਂਜੀ। ਭਨਹੀਂ ਬਚ ਬਾਲਾ ਇਉ ਤਹਿ ਨਾਲਾ, ਚਹੀਐ ਸੁਨੋ ਕਿਰਪਾਲ। ਭਨ ਹੀ ਬਚ ਬਾਲਾ ਇਉ ਤਹਿ ਨਾਲਾ, ਚਹੀਏ ਸੁਣੋ ਕਿਰਪਾਲ। ਭਾਈ ਬਾਲਾ ਕਹਿਣ ਲੱਗਾ ਵੀ ਬਾਬਾ ਚਾਹੀਦੀ ਤੇ ਇਦਾਂ ਹੀ ਹੈ, ਜਿਵੇਂ ਦੀ ਭਾਈ ਮਰਦਾਨੇ ਨਾਲ ਹੋਈ ਹੈ ਚਾਹੀਦੀ ਤਾਂ ਇਸੇ ਤਰ੍ਹਾਂ ਹੀ ਹੈ। ਕਿਉਂਕਿ ਇਹ ਕਿਹੜਾ ਆਖੇ ਲੱਗਦਾ, ਇਹ ਕਿਹੜਾ ਬਚਨ ਮੰਨਦਾ, ਜੇ ਕਹੀਏ ਵੀ ਤੇ ਸੁਣਦਾ ਵੀ ਨਹੀਂ ਹੈ। ਹਾਂਜੀ। ਤਬ ਤੁਮ ਨ ਹਟਕਿਓ ਮਨ ਨ ਅਟਕਿਓ, ਸੰਕਟ ਪੁਰਤ ਤਕਾਲ। ਤਬ ਤੁਮਨੇ ਹਟਕਿਓ ਮਨ ਨਾ ਅਟਕਿਓ। ਬਾਬਾ ਤੁਸੀਂ ਰੋਕਿਆ ਵੀ ਸੀ ਉਸ ਨੂੰ, ਪਰ ਉਹਦਾ ਮਨ ਜਿਹੜਾ ਹੈ ਉਹ ਮੰਨਿਆ ਹੀ ਨਹੀਂ, ਉਹ ਰੁਕਿਆ ਹੀ ਨਹੀਂ, ਉਸੇ ਵੇਲੇ ਹੀ ਤੁਰ ਪਿਆ। ਤੇ ਸਟਕਿਓ ਪੁਰ ਤਤਕਾਲ, ਤੇ ਉਹ ਸ਼ਹਿਰ ਵਿੱਚ ਜਾਣ ਤੋਂ, ਨਗਰੀ ਦੇ ਵਿੱਚ ਜਾਣ ਤੋਂ ਤੁਹਾਡੇ ਰੋਕਣ ਦੇ ਬਾਵਜੂਦ ਵੀ ਨਹੀਂ ਰੁਕਿਆ। ਹਾਂਜੀ। ਕੋ ਚਿਰ ਦੁਖ ਦੀਜੈ ਮੋਖ ਨ ਕੀਜੈ, ਜਾਣੈ ਤਬ ਮਨ ਮਾਹੇ। ਕੋ ਚਿਰ ਦੁੱਖ ਦੀਜੈ, ਕਹਿਣ ਲੱਗੇ ਬਾਬਾ ਇੰਜ ਕਰੋ ਵੀ ਥੋੜਾ ਜਿਹਾ ਚਿਰ ਤੇ ਉਹਨੂੰ ਰਹਿਣ ਦਿਓ ਨਾ ਉੱਥੇ। ਬਾਬਾ ਚੰਗਾ ਹੋਇਆ ਭੇਡੂ ਬਣਿਆ, ਅਗਲਿਆਂ ਨੇ ਗਲ ਵਿੱਚ ਰੱਸੀ ਪਾਈ ਹੈ, ਉਹਨਾਂ ਨੇ ਕਿੱਲੇ ਦੇ ਨਾਲ ਬੰਨ੍ਹ ਕੇ ਰੱਖਿਆ ਹੋਇਆ। ਇਸ ਕਰਕੇ ਕੋ ਚਿਰ ਦੁੱਖ ਦੀਜੈ ਮੋਖ ਨਾ ਕੀਜੈ, ਨਾ ਬਾਬਾ ਉਹਦੀ ਮੁਕਤੀ ਨਾ ਕਰਾਓ। ਜਾਣੈ ਤਬ ਮਨ ਮਾਹੇ, ਤਾਂ ਅੱਗੋਂ ਵਾਸਤੇ ਇਹਨੂੰ ਸਮਝ ਆਵੇਗੀ ਕਿ ਮੈਂ ਕੀ ਕਰਨਾ ਹੈ ਤੇ ਮੈਂ ਕੀ ਨਹੀਂ ਕਰਨਾ। ਹਾਂਜੀ। ਬਹੁਰ ਨ ਬਚ ਹੋਰੈ ਕਹੋ ਸਿਉ ਲੋਰੈ, ਆਹੇ ਸੇ ਮੁਖੀ ਤਾਹੇ। ਬਹੁਰ ਨਾਮ ਬਚ ਹੋ ਰੈ ਕਹੇ ਸੋ ਲੋ ਰੈ, ਆਇਸ ਸੇ ਮੁਖੀ ਤਾਹੇ। ਕਹਿਣ ਲੱਗੇ ਬਾਬਾ ਫਿਰ ਅੱਗੇ ਤੋਂ ਇਹ ਆਖੇ ਵੀ ਲੱਗਿਆ ਕਰੇਗਾ, ਆਖਾ ਵੀ ਨਹੀਂ ਮੋੜਿਆ ਕਰੇਗਾ, ਤੁਹਾਡੇ ਬਚਨਾਂ ਦੇ ਅਧੀਨ ਵੀ ਰਹੇਗਾ। ਹਾਂਜੀ। ਸੁਣੀਐ ਸ਼ਰੁਤ ਬਾਲਾ ਬੁੱਧ ਵਿਸਾਲਾ, ਸੰਗ ਲਏ ਕੀ ਲਾਜ। ਅੱਗੋਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ ਬਾਲਿਆ, ਅਸਲ ਗੱਲ ਇਹ ਹੈ ਇਹ ਸੰਗ ਲੈ ਦੀ ਲਾਜ ਹੈ। ਆਪਾਂ ਨਾਲ ਲੈ ਕੇ ਆਏ ਆ, ਸਾਡਾ ਸਾਥੀ ਹੈ। ਜੇ ਹੁਣ ਉਹ ਮੁਸੀਬਤ ਵਿੱਚ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਦੀ ਜਾ ਕੇ ਬੋੜੀ ਕਰੀਏ, ਅਸੀਂ ਉਹਦਾ ਜਾ ਕੇ ਦੁੱਖ ਵੰਡਾਈਏ। ਹਾਂਜੀ। ਬਹੁ ਭੂਖ ਸੁਪਾਊ ਧੀਰ ਨਸਾਊ, ਪੁਨ ਤਹਿ ਸੋ ਹਮ ਕਾਜ। ਬਹੁ ਭੂਖ ਸੁਭਾਊ ਧੀਰੋ ਨਿਸਾਊ। ਨਹੀਂ ਬਾਲਿਆ, ਹਰ ਮਨੁੱਖ ਦਾ ਆਪਣਾ ਸੁਭਾਅ ਹੁੰਦਾ ਹੈ। ਮਰਦਾਨੇ ਦਾ ਵੀ ਇੱਕ ਆਪਣਾ ਸੁਭਾਅ ਹੈ ਕਿ ਉਹ ਹਰ ਵੇਲੇ ਭੁੱਖ ਭੁੱਖ ਕਹਿੰਦਾ ਹੈ, ਧੀਰਜ ਨਹੀਂ ਕਰਦਾ। ਪੁੰਨ ਤੈ ਸੋ ਹਮ ਕਾਜ, ਪਰ ਉਹਦੇ ਨਾਲ ਸਾਨੂੰ ਕੰਮ ਵੀ ਤੇ ਹੈ, ਸਾਨੂੰ ਭਾਈ ਮਰਦਾਨੇ ਦੀ ਲੋੜ ਵੀ ਤਾਂ ਹੈ। ਹਾਂਜੀ। ਸਿਮਰਨ ਮਮ ਕਰਤਾ ਅਬ ਉਰ ਡਰਤਾ, ਚਲੋ ਛੁਟਾਵੇਂ ਤਾਸ। ਮਨ ਸਿਮਰਨ ਕਰਤਾ, ਨਹੀਂ ਚੱਲ ਬਾਲਿਆ ਚੱਲੀਏ, ਹੁਣ ਉਹ ਸਾਨੂੰ ਹੀ ਯਾਦ ਕਰਦਾ।
ਉਹਦੇ ਅੰਦਰ ਹੁਣ ਸਾਡਾ ਹੀ ਸਿਮਰਨ ਚੱਲਦਾ। ਚੱਲ ਆਪਾਂ ਨੂੰ ਜਾਣਾ ਚਾਹੀਦਾ, ਚੱਲ ਚੱਲ ਕੇ ਉਹਦੀ ਬਦ ਖਲਾਸੀ ਕਰੀਏ। ਹਾਂਜੀ। ਇਉਂ ਕਹਿ ਗੁਰ ਪੂਰਨ ਗਵਨਹਿ ਤੂਰਨ ਦੁਖ ਭੰਜਨ ਨਿਜ ਦਾਸ। ਇਉਂ ਗੁਰੂ ਨਾਨਕ ਦੇ ਪਿਤਾ ਮਹਾਰਾਜ ਚੱਲ ਪਏ। ਇਉਂ ਕਹਿ ਗੁਰ ਪੂਰਨ ਗਵਨੇ ਤੂਰਨ ਦੁਖ ਭੰਜਨ ਨਿਜ ਸਾਥ। ਗੁਰੂ ਨਾਨਕ ਦੇ ਪਿਤਾ ਜਿਹੜੇ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ, ਜਿਹੜੇ ਦੁੱਖਾਂ ਨੂੰ ਮਿਟਾਉਣ ਵਾਲੇ ਨੇ। ਹਾਂਜੀ। ਮੋਕੋ ਲੀਨੋ ਸੰਗ ਅਰਬਿੰਦ ਨੈਣ ਗਏ ਤਹਾਂ ਏਂਡਕ ਕੋ ਰੂਪ ਮਰਦਾਨਾ ਜਹਾਂ ਬਸਾਇਆ। ਮੋਕੋ ਲੀਨ ਸੰਗ ਅਰਬਿੰਦ ਨੈਣ ਗਏ ਤਹਾਂ ਏਂਡਕ ਕੋ ਰੂਪ ਮਰਦਾਨਾ ਜਹਾਂ ਬੈਸਿਆ। ਗੁਰੂ ਨਾਨਕ ਸਾਹਿਬ ਉੱਥੇ ਚਲੇ ਗਏ ਭਾਈ ਬਾਲੇ ਨੂੰ ਨਾਲ ਲੈ ਕੇ, ਜਿੱਥੇ ਭਾਈ ਮਰਦਾਨਾ ਜੀ ਨੂੰ ਮੇਢੂ ਬਣਾ ਕੇ ਰੱਖਿਆ ਹੋਇਆ ਸੀ, ਜਿੱਥੇ ਉਹਨਾਂ ਨੂੰ ਏਂਡਕ ਬਣਾ ਕੇ ਰੱਖਿਆ ਹੋਇਆ ਸੀ, ਉੱਥੇ ਪਹੁੰਚ ਗਏ। ਹਾਂਜੀ। ਹੀਰ ਕਰ ਦੂਰ ਹੀ ਤੇ ਭੂਰ ਹਰ ਖਾਏ ਉਠਿਓ ਨਾਸਾਂ ਫੁਰ ਕਾਏ ਕੋਣ ਅਵਣੀ ਹੈ ਨਾਸਿਆ। ਜਿਵੇਂ ਹੀ ਗੁਰੂ ਨਾਨਕ ਦੇ ਪਿਤਾ ਨੂੰ ਭਾਈ ਬਾਲਾ ਜੀ ਨੂੰ ਭਾਈ ਮਰਦਾਨੇ ਨੇ ਵੇਖਿਆ, ਹੈ ਤਾਂ ਭੇਡੂ ਸਰੀਰ ਵਿੱਚ ਸੀ। ਹੀਰ ਕਰ ਦੂਰ ਹੀ ਤੇ ਭੂਰ ਹਰ ਖਾਏ ਉਠਿਓ ਨਾਸਾਂ ਫੁਰਕਾਏ ਖਰ ਅਵਣੀ ਹਨੇਸਿਆ। ਹੁਣ ਉਹਨੇ ਧਰਤੀ ਨੂੰ ਆਪਣੇ ਪੈਰਾਂ ਦੇ ਖੁਰਾਂ ਨਾਲ ਖੁਰੇਦਿਆ, ਨਾਸਾਂ ਤੋਂ ਫੁਕਾਰੇ ਵੀ ਮਾਰੇ ਨੇ। ਜਾਂ ਇਉਂ ਕਹਿ ਲਈਏ ਕਿ ਇਹ ਦੱਸਣ ਵਾਸਤੇ ਵੀ ਉਹ ਭੇਡੂ ਮੈਂ ਹੀ ਆ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੂੰ ਆਉਂਦਿਆਂ ਵੇਖਿਆ ਤੇ ਮਨ ਵਿੱਚ ਆਸ ਬੱਧੀ ਹੈ ਕਿ ਹੁਣ ਮੇਰੀ ਮੁਕਤੀ ਹੋ ਜਾਏਗੀ। ਹਾਂਜੀ। ਭਇਆ ਭਇਆ ਭਾਣੈ ਮੁਖ ਔਰ ਨਾ ਚੱਲੇ ਹੈ ਬਸ ਦ੍ਰਿਗ ਦ੍ਰਿਗ ਬਿਗਸਤ ਬਦਨ ਕੋ ਸੇਸਿਆ। ਉਹਦੇ ਮਨ ਵਿੱਚ, ਉਹਦੇ ਮੂੰਹ ਵਿੱਚੋਂ ਭਿਆਂ ਦੀਆਂ ਤੇ ਭੇਡੂ ਜਿਵੇਂ ਭੇਡਾਂ ਬੋਲਦੀਆਂ ਨੇ ਆਵਾਜ਼ ਆਈ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੇ ਮੁਖ ਨੂੰ ਵੇਖ ਅੱਖਾਂ ਤੋਂ ਪ੍ਰਸੰਨ ਹੋਇਆ, ਖੁਸ਼ ਹੋਇਆ, ਮਨ ਵਿੱਚ ਵਿਗਾਸ ਆਇਆ ਕਿ ਹੁਣ ਮੇਰੀ ਬੰਦ ਖਲਾਸੀ ਹੋ ਜਾਏਗੀ। ਹਾਂਜੀ। ਗਏ ਤਿਸ ਆਲੈ ਦਿਆਲ ਦਰ ਠਾਂਡੇ ਪਏ ਸੁੰਦਰ ਸਰੀਰ ਚੀਰ ਸੱਜੈ ਸੁਭ ਬੇਸਿਆ। ਗੁਰੂ ਨਾਨਕ ਦੇ ਪਿਤਾ ਉਸ ਘਰ ਪਹੁੰਚ ਗਏ ਜਿਸ ਘਰ ਵਿੱਚ ਭਾਈ ਮਰਦਾਨੇ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ। ਹੁਣ ਭਾਈ ਮਰਦਾਨੇ ਨੂੰ ਜਿਸ ਘਰ ਵਿੱਚ ਬੱਧਿਆ ਉਹ ਜਾਦੂਗਰਨੀਆਂ ਔਰਤਾਂ ਨੇ, ਔਰ ਇਹਨਾਂ ਦੇ ਕਰਮ ਚੰਗੇ ਨਹੀਂ। ਇਹ ਕੀ ਕਰਦੀਆਂ ਨੇ? ਇਹ ਦੂਜੇ ਦੇਸ਼ ਦੇ ਆਏ ਮਨੁੱਖਾਂ ਨੂੰ ਇਵੇਂ ਹੀ ਗੁਲਾਮ ਬਣਾ ਕੇ, ਉਹਨਾਂ ਤੇ ਮੰਤਰ ਚਲਾ ਕੇ, ਉਹਨਾਂ ਦੀਆਂ ਦੇਹਾਂ ਪਲਟਾ ਕੇ ਰੱਖ ਲੈਂਦੀਆਂ ਨੇ। ਤੇ ਇਹਨਾਂ ਦੀ ਭਾਵਨਾ ਜਿਹੜੀ ਉਹ ਸਿਰਫ ਕੁਕਰਮ ਕਰਨਾ ਹੈ। ਜਿਵੇਂ ਹੀ ਗੁਰੂ ਨਾਨਕ ਦੇ ਪਿਤਾ ਮਹਾਰਾਜ ਉਹਨਾਂ ਦੇ ਦਰਵਾਜ਼ੇ ਤੇ ਪਹੁੰਚੇ ਨੇ, ਗਏ ਤਿਸ ਆਲਿਆ ਦਿਆਲ ਦਰ ਠਾਂਡੇ ਭਏ ਸੁੰਦਰ ਸਰੀਰ ਚੀਰ ਸਜੇ ਸ਼ੁਭ ਬੇਸਿਆ। ਗੁਰੂ ਨਾਨਕ ਦੇ ਪਿਤਾ ਜੀ ਦੇ ਚਿਹਰੇ ਤੇ ਕਿੰਨਾ ਨੂਰ ਹੋਏਗਾ, ਕਿੰਨੀ ਲਾਲੀ ਹੋਏਗੀ, ਕਿੰਨਾ ਖੜਾਓ ਹੋਏਗਾ। ਵੇਖੋ ਆਪਾਂ 5 ਵਿਕਾਰਾਂ ਵਿੱਚ ਰਹਿੰਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਸੇ ਕਰਕੇ ਨੂਰ ਖੁਸ਼ੀ ਖੜਾਓ ਸਾਡੇ ਚਿਹਰੇ ਤੇ ਆਉਂਦਾ ਹੀ ਨਹੀਂ ਹੈ। ਦਗ ਦਗ ਕਰਦਾ ਚਿਹਰਾ ਗੁਰੂ ਨਾਨਕ ਸਾਹਿਬ ਦਾ ਜਦੋਂ ਉਹਨਾਂ ਜਾਦੂਗਰਨੀਆਂ ਔਰਤਾਂ ਨੇ ਵੇਖਿਆ, ਉਹਨਾਂ ਦੇ ਮਨ ਤੇ ਹੋਰ ਵੱਡਾ ਲਾਲਚੀ ਹੋ ਗਿਆ। ਉੱਥੇ ਇਤਿਹਾਸ ਕਹਿੰਦਾ ਕਿ 4 ਔਰਤਾਂ ਬੈਠੀਆਂ ਸੀ ਤੇ 2 ਭੱਜੀਆਂ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਤੇ ਭਾਈ ਬਾਲੇ ਨੂੰ 2 ਜਣੇ ਸੀ ਵੀ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਅਸੀਂ ਗੁਲਾਮ ਕਰ ਲਈਏ। ਧਾਗੇ ਲੈ ਕੇ ਭੱਜੀਆਂ ਨੇ। ਤੇ ਇਤਿਹਾਸ ਕਹਿੰਦਾ ਕਿ ਫਿਰ ਇੱਕ ਭੇਡ ਬਣੀ, ਦੂਜੀ ਕਵੀ ਜੀ ਨੇ ਇੱਥੇ ਸ਼ਬਦ ਲਿਖਿਆ ਕਿ ਉਹ ਫਿਰ ਕੂਕਰ ਬਣੀ। ਸ਼ਰਮਾ ਵੀ ਕਹਿੰਦੇ ਨੇ ਉਹਨੂੰ, ਕੂਕਰ ਵੀ ਕਹਿੰਦੇ ਨੇ। ਜਿਹੜੀ ਗੁਰੂ ਨਾਨਕ ਸਾਹਿਬ ਦੇ ਗਲ ਧਾਗਾ ਪਾਉਣ ਲੱਗੀ ਉਹ ਫਿਰ ਕੁੱਤੀ ਦੇ ਸਰੀਰ ਵਿੱਚ ਪਲਟ ਗਈ। ਤੇ ਜਦੋਂ 2 ਨਾਲ ਇੱਦਾਂ ਹੋਇਆ, ਬਾਕੀ 2 ਤੇ ਛੱਡ ਕੇ ਭੱਜ ਗਈਆਂ। ਸਤਿਗੁਰੂ ਕਿਰਪਾ ਕਰਨ ਕੱਲ੍ਹ ਆਪਾਂ ਇਹ ਲੜੀਵਾਰ
ਕਥਾ ਵਿੱਚ ਸੁਣੀਏ। ਕੱਲ ਕਥਾ 8:15 ਤੋਂ 9:15 ਹੋਏਗੀ। ਜੋ ਰੋਜ਼ ਦੇ ਸਤਸੰਗੀ ਹਨ ਉਹ ਜ਼ਰੂਰ ਸਮਾਂ ਨੋਟ ਕਰ ਲੈਣਾ। ਅਗਲੇ ਸਮੇਂ ਲਈ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਅਨਾਉਂਸਮੈਂਟ ਕਰ ਦੇਣ। ਮੇਰਾ ਖਿਆਲ ਹੈ ਕਿ ਭਾਈ ਕੁਲਤਾਰ ਸਿੰਘ ਜੀ ਆਪ ਹੈਗੇ ਨੇ, ਮੈਂ ਉਹਨਾਂ ਨੂੰ ਹੀ ਬੇਨਤੀ ਕਰਾਂਗਾ ਕਿ ਉਹ ਸਟੇਜ ਦਾ ਸੰਚਾਲਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।